ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਟੱਡੀ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਜੋ ਵਾਰਡ ਅਟੈਂਡੈਂਟ ਦੀਆਂ ਪੋਸਟਾਂ ਨਿਕਲੀਆਂ ਹਨ, ਜਿਨ੍ਹਾਂ ਨੇ ਉਹ ਪੋਸਟਾਂ ਅਪਲਾਈ ਨਹੀਂ ਕਰੀਆਂ, ਸਭ ਤੋਂ ਪਹਿਲਾਂ ਤਾਂ ਉਹ ਜਾ ਕੇ ਪੋਸਟਾਂ ਨੂੰ ਅਪਲਾਈ ਕਰ ਲੈਣ। ਇਸ ਦੀ ਐਡਵਰਟਾਈਜ਼ਮੈਂਟ ਦੀ ਮੈਂ ਵੀਡੀਓ ਪਾਈ ਸੀ, ਜੋ ਕਿ ਤੁਸੀਂ ਆਈ ਬਟਨ 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਹੁਣ ਤੋਂ ਆਪਾਂ ਇਸ ਪੇਪਰ ਸੰਬੰਧੀ ਪ੍ਰੋਪਰ ਤਿਆਰੀ ਸ਼ੁਰੂ ਕਰਾਂਗੇ। ਇਸ ਦੇ ਪੇਪਰ ਵਿੱਚ ਜੋ ਜੀਕੇ ਦਾ ਪਾਰਟ ਹੋਵੇਗਾ, ਉਸ ਸੰਬੰਧੀ ਅੱਜ ਆਪਾਂ ਇਸ ਵੀਡੀਓ ਵਿੱਚ ਪੜਾਂਗੇ। ਇਹ ਸਾਰੇ ਕੁਐਸਚਨ ਸਪੈਸ਼ਲ 8th ਕਲਾਸ ਤੱਕ ਦੀਆਂ ਬੁੱਕਸ ਵਿੱਚੋਂ ਹੀ ਬਣਾਏ ਗਏ ਹਨ, ਜੋ ਕਿ ਤੁਹਾਡੇ ਵਾਰਡ ਅਟੈਂਡੈਂਟ ਦੇ ਪੇਪਰ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣਗੇ। ਇਹਨਾਂ ਵਿੱਚੋਂ ਹੀ ਕੋਈ ਨਾ ਕੋਈ ਕੁਐਸਚਨ ਤੁਹਾਡੇ ਪੇਪਰ ਵਿੱਚ ਜ਼ਰੂਰ ਆਉਣਗੇ। ਚਲੋ ਸ਼ੁਰੂ ਕਰਦੇ ਹਾਂ। ਜੀਕੇ ਪਾਰਟ 1 ਹਿਊਮਨ ਬਾਡੀ ਰਿਲੇਟਡ ਕੁਐਸਚਨਸ। ਸਭ ਤੋਂ ਪਹਿਲਾਂ ਮਨੁੱਖੀ ਸਰੀਰ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ? ਇਸ ਦਾ ਆਨਸਰ ਹੈ ਮਨੁੱਖੀ ਸਰੀਰ ਵਿੱਚ 8 ਹੱਡੀਆਂ ਹੁੰਦੀਆਂ ਹਨ। ਕੁਐਸਚਨ ਨੰਬਰ 2, ਮਨੁੱਖੀ ਦਿਲ 1 ਮਿੰਟ ਵਿੱਚ ਕਿੰਨੀ ਵਾਰੀ ਧੜਕਦਾ ਹੈ? ਇਸ ਦਾ ਆਨਸਰ ਹੈ 72 ਵਾਰ। ਮਨੁੱਖੀ ਦਿਲ 1 ਮਿੰਟ ਵਿੱਚ ਲਗਭਗ 72 ਵਾਰ ਧੜਕਦਾ ਹੈ। ਕੁਐਸਚਨ ਨੰਬਰ 3, ਮਨੁੱਖ ਦੀ ਸਾਹ ਦੀ ਦਰ ਕਿੰਨੀ ਹੈ? ਮਨੁੱਖ ਦੀ ਸਾਹ ਦੀ ਦਰ ਪ੍ਰਤੀ ਮਿੰਟ 16 ਤੋਂ 18 ਵਾਰ ਹੈ। ਕੁਐਸਚਨ ਨੰਬਰ 4, ਸਭ ਤੋਂ ਵੱਡੀ ਹੱਡੀ ਦਾ ਨਾਮ ਕੀ ਹੈ? ਫੀਮਰ। ਇਹ ਹੱਡੀ ਪੱਟ ਵਿੱਚ ਹੁੰਦੀ ਹੈ। ਇਸ ਤੋਂ ਇਲਾਵਾ ਦੂਜੀ ਸਭ ਤੋਂ ਵੱਡੀ ਹੱਡੀ ਦਾ ਨਾਮ ਟੀਬੀਆ ਹੈ। ਕੁਐਸਚਨ ਨੰਬਰ 5, ਸਭ ਤੋਂ ਛੋਟੀ ਹੱਡੀ ਦਾ ਨਾਮ ਕੀ ਹੈ? ਸਭ ਤੋਂ ਛੋਟੀ ਹੱਡੀ ਦਾ ਨਾਮ ਸਟੈਪੀਜ਼ ਹੈ, ਜੋ ਕੰਨ ਦੇ ਮੱਧ ਵਿੱਚ ਹੁੰਦੀ ਹੈ। ਕੁਐਸਚਨ ਨੰਬਰ 6, ਸਭ ਤੋਂ ਮਜ਼ਬੂਤ ਹੱਡੀ ਦਾ ਨਾਮ ਕੀ ਹੈ? ਇਹ ਹੱਡੀ ਜਬੜੇ ਵਿੱਚ ਹੁੰਦੀ ਹੈ, ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਬੜੇ ਦੀ ਹੱਡੀ ਸਭ ਤੋਂ ਮਜ਼ਬੂਤ ਹੱਡੀ ਹੁੰਦੀ। ਮਨੁੱਖੀ ਸਰੀਰ ਵਿੱਚ ਸਭ ਤੋਂ ਕਠੋਰ ਤੱਤ ਕੀ ਹੁੰਦਾ ਹੈ? ਇਹ ਦੰਦਾਂ ਦਾ ਇੱਕ ਭਾਗ ਹੁੰਦਾ ਹੈ, ਜਿਸ ਨੂੰ ਐਨਾਮਲ ਕਹਿੰਦੇ ਹਨ। ਕੁਐਸਚਨ ਨੰਬਰ 8, ਮਨੁੱਖ ਦੀ ਸੁੰਦਰਤਾ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ? ਮਨੁੱਖ ਦੀ ਸੁੰਦਰਤਾ ਦੇ ਅਧਿਐਨ ਨੂੰ ਕੈਲੋਰੋਜੀ ਕਿਹਾ ਜਾਂਦਾ ਹੈ। ਅੱਗੇ ਚੱਲਦੇ ਹਾਂ। ਰਕਤਚਾਪ ਕੀ ਹੁੰਦੀ ਹੈ? ਮਨੁੱਖੀ ਸਰੀਰ ਵਿੱਚ 120 ਤੋਂ 80 mm ਤੱਕ ਰਕਤਚਾਪ ਹੁੰਦੀ ਹੈ। ਮਨੁੱਖ ਦੇ ਸਰੀਰ ਵਿੱਚ ਪੂਰੇ ਸਰੀਰ ਵਿੱਚ ਕਿੰਨੇ ਟਾਈਮ ਵਿੱਚ ਖੂਨ ਪਹੁੰਚ ਜਾਂਦਾ ਹੈ? 23 ਸੈਕਿੰਡ ਵਿੱਚ ਸਾਡੇ ਪੂਰੇ ਸਰੀਰ ਵਿੱਚ ਦਿਲ ਤੋਂ ਲੈ ਕੇ ਹੇਠਾਂ ਪੈਰਾਂ ਤੱਕ, ਉੱਪਰ ਸਿਰ ਤੱਕ ਸਾਰੇ ਸਰੀਰ ਵਿੱਚ ਖੂਨ ਪਹੁੰਚ ਜਾਂਦਾ ਹੈ। ਮਨੁੱਖੀ ਸਰੀਰ ਵਿੱਚ ਪਾਣੀ ਦੀ ਮਾਤਰਾ ਕਿੰਨੀ ਹੁੰਦੀ ਹੈ? 65 ਤੋਂ 80% ਦੇ ਲਗਭਗ ਮਨੁੱਖੀ ਸਰੀਰ ਵਿੱਚ ਪਾਣੀ ਦੀ ਮਾਤਰਾ ਹੁੰਦੀ ਹੈ। ਮਨੁੱਖੀ ਸਰੀਰ ਵਿੱਚ ਖੂਨ ਦੀ ਮਾਤਰਾ ਦਾ ਭਾਰ ਕਿੰਨਾ ਹੁੰਦਾ ਹੈ? 7%। ਮਤਲਬ ਜਿੰਨੇ ਸਾਡੇ ਸਰੀਰ ਦਾ ਭਾਰ ਹੁੰਦਾ ਹੈ, ਉਸ ਵਿੱਚੋਂ 7% ਇਸ ਵਿੱਚ ਖੂਨ ਦਾ ਭਾਰ ਹੁੰਦਾ ਹੈ। ਮਨੁੱਖੀ ਸਰੀਰ ਵਿੱਚ ਖੂਨ ਦੀ ਮਾਤਰਾ ਕਿੰਨੀ ਹੁੰਦੀ ਹੈ? ਮਨੁੱਖੀ ਸਰੀਰ ਵਿੱਚ 5 ਤੋਂ 6 ਲੀਟਰ ਦੇ ਵਿਚਕਾਰ ਖੂਨ ਦੀ ਮਾਤਰਾ ਹੁੰਦੀ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕਿ 5.5 ਲੀਟਰ ਦੇ ਲਗਭਗ ਖੂਨ ਦੀ ਮਾਤਰਾ ਹੁੰਦੀ ਹੈ। ਸਾਡੇ ਸਰੀਰ ਵਿੱਚ ਖੂਨ ਦੇ pH ਦਾ ਮਾਨ ਕੀ ਹੈ? 7.4। ਸਾਡੇ ਸਰੀਰ ਵਿੱਚ ਲਾਲ ਰਕਤ ਕਣ ਕਿੱਥੇ ਪਾਏ ਜਾਂਦੇ ਹਨ? ਬੋਨ ਮੈਰੋ, ਜਿਸ ਨੂੰ ਕਿ ਪੰਜਾਬੀ ਵਿੱਚ ਅਸਥੀ ਮੱਜਾ ਵੀ ਕਿਹਾ ਜਾਂਦਾ ਹੈ। ਸਾਡੇ ਸਰੀਰ ਵਿੱਚ ਲਾਲ ਰਕਤ ਕਣ ਅਸਥੀ ਮੱਜਾ ਵਿੱਚ ਪਾਏ ਜਾਂਦੇ ਹਨ। RBC ਦਾ ਜੀਵਨ ਕਾਲ ਕਿੰਨਾ ਹੁੰਦਾ ਹੈ? RBC ਦਾ ਜੀਵਨ ਕਾਲ 120 ਦਿਨ ਦਾ ਹੁੰਦਾ ਹੈ, ਅਤੇ ਇਹ ਸੈੱਲ ਸਪਲੀਨ ਵਿੱਚ ਜਾ ਕੇ ਖਤਮ ਹੁੰਦੇ ਹਨ। ਸਪਲੀਨ ਨੂੰ ਬਾਡੀ ਦਾ ਬਲੱਡ ਬੈਂਕ ਵੀ ਕਿਹਾ ਜਾਂਦਾ ਹੈ। ਅਤੇ WBC, ਜਿਨ੍ਹਾਂ ਨੂੰ ਕਿ ਅਸੀਂ ਸਫੇਦ ਕਣ ਵੀ ਕਹਿੰਦੇ ਹਾਂ, ਇਹਨਾਂ ਦਾ ਜੀਵਨ ਕਾਲ ਕਿੰਨਾ ਹੁੰਦਾ ਹੈ? 1 ਤੋਂ 4 ਦਿਨ। ਅਤੇ ਇਹਨਾਂ ਸਫੈਦ ਰਕਤ ਕਣਾਂ ਨੂੰ ਸਾਇੰਟੀਫਿਕ ਲੈਂਗੁਏਜ ਵਿੱਚ ਲਿਊਕੋਸਾਈਟ ਵੀ ਕਿਹਾ ਜਾਂਦਾ ਹੈ। ਅਤੇ ਲਾਲ ਰਕਤ ਕਣਾਂ ਨੂੰ ਕੀ ਕਿਹਾ ਜਾਂਦਾ ਹੈ? ਲਾਲ ਰਕਤ ਕਣਾਂ ਨੂੰ ਐਰੀਥੀਰੋਸਾਈਟ ਕਿਹਾ ਜਾਂਦਾ ਹੈ। ਹਾਂ, ਸਾਰਿਆਂ ਨੂੰ ਹੁਣ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਅੱਗੇ ਸ਼ੇਅਰ ਵੀ ਕਰਿਓ, ਕਿਉਂਕਿ ਹੁਣ ਲਗਾਤਾਰ ਮੈਂ BPT ਦੇ ਰਿਗਾਰਡਿੰਗ ਜਿੰਨਾ ਵੀ ਆਪਣਾ ਸਿਲੇਬਸ ਹੈ, ਸਾਰਾ ਸਿਲੇਬਸ ਕਵਰ ਕਰਨਾ, ਅਤੇ ਹੋ ਸਕਿਆ ਹਰੇਕ ਹਫ਼ਤੇ 1 ਜਾਂ 2 ਵੀਡੀਓ ਪੱਕੀ ਅਪਲੋਡ ਕਰਿਆ ਕਰਾਂਗਾ। ਜਿਵੇਂ ਤੁਸੀਂ 2018 ਦੇ BPT ਦੇ ਟੈਸਟ ਤੋਂ ਪਹਿਲਾਂ ਮੈਂ ਜੋ ਵੀਡੀਓ ਪਾਈਆਂ ਸੀ, ਉਹਨਾਂ ਨੂੰ ਬਹੁਤ ਪਿਆਰ ਦਿੱਤਾ ਸੀ, ਬਹੁਤ ਤੋਂ ਵੱਧ ਸ਼ੇਅਰ ਕੀਤਾ ਗਿਆ ਸੀ ਉਹਨਾਂ ਵੀਡੀਓ ਨੂੰ। ਉਸ ਟਾਈਮ ਕੁਛ ਕਾਰਨਾਂ ਕਰਕੇ ਸਿਲੇਬਸ ਕਵਰ ਕਰਨਾ ਰਹਿ ਗਿਆ ਸੀ, ਪਰੰਤੂ ਹੁਣ ਮੈਂ ਸੋਚ ਰਿਹਾ ਸਾਰਾ ਸਿਲੇਬਸ ਕਵਰ ਕਰਨਾ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ। ਸਰੀਰ ਦਾ ਤਾਪਮਾਨ ਕਿਹੜੀ ਗ੍ਰੰਥੀ ਨਿਯੰਤਰਣ ਕਰਦੀ ਹੈ? ਸਰੀਰ ਦਾ ਤਾਪਮਾਨ ਹਾਈਪੋਥੈਲਮਸ ਗ੍ਰੰਥੀ ਨਿਯੰਤਰਣ ਕਰਦੀ ਹੈ। ਸਰਵਦਾਤਾ ਰਕਤ ਸਮੂਹ ਕਿਸ ਨੂੰ ਕਿਹਾ ਜਾਂਦਾ ਹੈ? ਬਲੱਡ ਗਰੁੱਪ O ਨੂੰ ਸਰਵਦਾਤਾ ਰਕਤ ਸਮੂਹ ਕਿਹਾ ਜਾਂਦਾ ਹੈ। ਇਸ ਨੂੰ ਯੂਨੀਵਰਸਲ ਡੋਨਰ ਵੀ ਕਿਹਾ ਜਾਂਦਾ ਹੈ। ਅਤੇ ਬਲੱਡ ਗਰੁੱਪ AB ਨੂੰ ਸਰਵਗ੍ਰਾਹੀ ਰਕਤ ਸਮੂਹ ਕਿਹਾ ਜਾਂਦਾ ਹੈ। ਇਸ ਨੂੰ ਯੂਨੀਵਰਸਲ ਰਿਸੀਵਰ ਵੀ ਕਿਹਾ ਜਾਂਦਾ ਹੈ। ਬਲੱਡ ਬੈਂਕ ਨੂੰ ਕੀ ਕਹਿੰਦੇ ਹਨ? ਬਲੱਡ ਬੈਂਕ ਨੂੰ ਪਲੀਹਾ ਕਿਹਾ ਜਾਂਦਾ ਹੈ। ਇਸ ਨੂੰ ਸਪਲੀਨ ਜਾਂ ਤਿੱਲੀ ਵੀ ਕਹਿੰਦੇ ਹਨ। ਭੋਜਨ ਦਾ ਪਾਚਨ ਕਿੱਥੋਂ ਸ਼ੁਰੂ ਹੁੰਦਾ ਹੈ? ਭੋਜਨ ਦਾ ਪਾਚਨ ਸਾਡੇ ਮੂੰਹ ਤੋਂ ਸ਼ੁਰੂ ਹੁੰਦਾ ਹੈ।
ਅਤੇ ਬਚੇ ਹੋਏ ਭੋਜਨ ਨੂੰ ਪਚਾਉਣ ਦਾ ਕੰਮ ਛੋਟੀ ਅੰਦਰ ਕਰਦੀ ਹੈ, ਜਿਸ ਨੂੰ ਸਮਾਲ ਇੰਟੇਸਟਾਈਨ ਵੀ ਕਹਿੰਦੇ ਹਨ ਅਤੇ ਇਹ 6.25 ਮੀਟਰ ਲੰਬੀ ਹੁੰਦੀ ਹੈ। ਕੁਐਸਚਨ ਨੰਬਰ 25, ਬਾਈਲ ਕਿੱਥੇ ਮਿਲਦਾ ਹੈ? ਬਾਈਲ, ਜਿਸ ਨੂੰ ਕਿ ਪਿੱਤ ਵੀ ਕਿਹਾ ਜਾਂਦਾ ਹੈ ਪੰਜਾਬੀ ਵਿੱਚ, ਇਹ ਸਾਡੇ ਸਰੀਰ ਦੇ ਲੀਵਰ ਵਿੱਚ ਮਿਲਦਾ ਹੈ। ਕੁਐਸਚਨ ਨੰਬਰ 26, ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਨੂੰ ਕੀ ਕਿਹਾ ਜਾਂਦਾ ਹੈ? ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਨੂੰ ਲੀਵਰ ਹੀ ਕਹਿੰਦੇ ਹਨ। ਕੁਐਸਚਨ ਨੰਬਰ 27, ਸਰੀਰ ਦਾ ਸਭ ਤੋਂ ਵੱਡਾ ਅੰਗ ਕੀ ਹੈ? ਸਾਡੀ ਚਮੜੀ ਨੂੰ ਸਰੀਰ ਦਾ ਸਭ ਤੋਂ ਵੱਡਾ ਅੰਗ ਕਿਹਾ ਜਾਂਦਾ ਹੈ। ਮਨੁੱਖੀ ਸਰੀਰ ਵਿੱਚ ਸਭ ਤੋਂ ਛੋਟੀ ਗ੍ਰੰਥੀ ਕਿਸ ਨੂੰ ਕਹਿੰਦੇ ਹਨ? ਇਸ ਦਾ ਨਾਮ ਪਿਟਿਊਟਰੀ ਹੈ ਅਤੇ ਇਸ ਨੂੰ ਮਾਸਟਰ ਗ੍ਰੰਥੀ ਵੀ ਕਿਹਾ ਜਾਂਦਾ ਹੈ ਅਤੇ ਇਹ ਸਾਡੇ ਸਰੀਰ ਦੀਆਂ ਬਾਕੀ ਸਾਰੀ ਗ੍ਰੰਥੀਆਂ ਨੂੰ ਕੰਟਰੋਲ ਕਰਦੀ ਹੈ। ਰਕਤਚਾਪ ਮਾਨ ਦਾ ਯੰਤਰ ਕੀ ਹੈ? ਰਕਤਚਾਪ ਮਾਨ ਦੇ ਯੰਤਰ ਨੂੰ ਸਫਿਗਮੋ ਮੈਨੋਮੀਟਰ ਕਿਹਾ ਜਾਂਦਾ ਹੈ। ਸਾਡੇ ਸਰੀਰ ਵਿੱਚ ਪਸਲੀਆਂ ਦੀ ਗਿਣਤੀ ਕਿੰਨੀ ਹੈ? ਸਾਡੇ ਸਰੀਰ ਵਿੱਚ 12 ਜੋੜੀ ਪਸਲੀਆਂ ਹੁੰਦੀਆਂ ਹਨ। ਅਤੇ ਸਾਡੇ ਸਰੀਰ ਵਿੱਚ ਹੱਡੀਆਂ ਦੀ ਗਿਣਤੀ ਕਿੰਨੀ ਹੈ? ਸਾਡੇ ਸਰੀਰ ਵਿੱਚ 206 ਹੱਡੀਆਂ ਹੁੰਦੀਆਂ ਹਨ, ਪਰੰਤੂ ਬੱਚਿਆਂ ਦੇ ਸਰੀਰ ਵਿੱਚ 300 ਤੋਂ ਜ਼ਿਆਦਾ ਹੱਡੀਆਂ ਹੁੰਦੀਆਂ ਹਨ। ਸਾਡੇ ਸਰੀਰ ਵਿੱਚ ਮਾਸਪੇਸ਼ੀਆਂ ਦੀ ਸੰਖਿਆ ਕਿੰਨੀ ਹੈ? ਸਾਡੇ ਸਰੀਰ ਵਿੱਚ ਮਾਸਪੇਸ਼ੀਆਂ ਦੀ ਸੰਖਿਆ 639 ਹੈ। ਮਨੁੱਖੀ ਸਰੀਰ ਦੀ ਲਾਰ ਵਿੱਚ ਕਿਹੜਾ ਐਂਜ਼ਾਈਮ ਪਾਇਆ ਜਾਂਦਾ ਹੈ? ਮਨੁੱਖੀ ਸਰੀਰ ਦੇ ਵਿੱਚ ਲਾਰ ਵਿੱਚ ਪਾਏ ਜਾਣ ਵਾਲੇ ਐਂਜ਼ਾਈਮ ਨੂੰ ਟਾਇਲਨ ਬੋਲਦੇ ਹਨ। ਮਨੁੱਖੀ ਸਰੀਰ ਵਿੱਚ ਲਿੰਗ ਕਿਸ ਤੋਂ ਨਿਰਧਾਰਿਤ ਹੁੰਦਾ ਹੈ? ਮਨੁੱਖੀ ਸਰੀਰ ਵਿੱਚ ਲਿੰਗ ਪੁਰਸ਼ ਕ੍ਰੋਮੋਸੋਮ ਤੋਂ ਨਿਰਧਾਰਿਤ ਹੁੰਦਾ ਹੈ। ਮਨੁੱਖੀ ਸਰੀਰ ਦੇ ਦਿਲ ਦੇ ਕਿੰਨੇ ਭਾਗ ਹੁੰਦੇ ਹਨ? ਦੋਸਤੋ, ਇਹ ਕੁਐਸਚਨ ਇੱਕ ਵਾਰ ਐਗਜ਼ਾਮ ਵਿੱਚ ਆ ਚੁੱਕਿਆ ਹੈ ਅਤੇ ਅੱਗੇ ਵੀ ਰਿਪੀਟ ਹੋ ਸਕਦਾ ਹੈ। ਮਨੁੱਖੀ ਸਰੀਰ ਦੇ ਦਿਲ ਦੇ 4 ਭਾਗ ਹੁੰਦੇ ਹਨ। ਸਾਡੇ ਸਰੀਰ ਵਿੱਚ ਕ੍ਰੋਮੋਸੋਮਾਂ ਦੀ ਸੰਖਿਆ ਕਿੰਨੀ ਹੈ? ਸਾਡੇ ਸਰੀਰ ਵਿੱਚ ਕ੍ਰੋਮੋਸੋਮਾਂ ਦੀ ਸੰਖਿਆ 46 ਹੈ, ਜਾਂ ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸਰੀਰ ਵਿੱਚ ਕ੍ਰੋਮੋਸੋਮਾਂ ਦੇ 23 ਜੋੜੇ ਹੁੰਦੇ ਹਨ। ਪੰਜਾਬੀ ਵਿੱਚ ਇਹਨਾਂ ਨੂੰ ਗੁਣਸੂਤਰ ਵੀ ਕਿਹਾ ਜਾਂਦਾ ਹੈ। ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਕੋਸ਼ਿਕਾ ਕਿਹੜੀ ਹੈ? ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਕੋਸ਼ਿਕਾ ਤੰਤਰਿਕਾ ਤੰਤਰ ਹੈ, ਜਿਸ ਨੂੰ ਕਿ ਨਰਵਸ ਸਿਸਟਮ ਵੀ ਕਿਹਾ ਜਾਂਦਾ ਹੈ। RH ਫੈਕਟਰ ਦੀ ਖੋਜ ਕਿਸ ਨੇ ਕੀਤੀ? RH ਫੈਕਟਰ ਦੀ ਖੋਜ ਲੈਂਡ ਸਟੀਨਰ ਅਤੇ ਵੀਨਰ ਨੇ ਕੀਤੀ। ਮਨੁੱਖੀ ਸਰੀਰ ਵਿੱਚ ਐਮੀਨੋ ਅਮਲ ਦੀ ਸੰਖਿਆ ਕਿੰਨੀ ਹੈ? ਮਨੁੱਖੀ ਸਰੀਰ ਵਿੱਚ ਐਮੀਨੋ ਅਮਲ ਦੀ ਸੰਖਿਆ 20 ਹੈ। ਮਨੁੱਖੀ ਸਰੀਰ ਵਿੱਚ ਪ੍ਰਤੀ ਦਿਨ ਕਿੰਨਾ ਪਿਸ਼ਾਬ ਬਣਦਾ ਹੈ? ਮਨੁੱਖੀ ਸਰੀਰ ਵਿੱਚ ਪ੍ਰਤੀ ਦਿਨ 1.5 ਲੀਟਰ ਦੇ ਲਗਭਗ ਪਿਸ਼ਾਬ ਬਣਦਾ ਹੈ ਅਤੇ ਪਿਸ਼ਾਬ ਦੇ pH ਦਾ ਮਾਨ 6 ਹੁੰਦਾ ਹੈ। ਸਾਡੇ ਸਰੀਰ ਵਿੱਚ ਵਿਟਾਮਿਨ ਏ ਸਭ ਤੋਂ ਜ਼ਿਆਦਾ ਕਿੱਥੇ ਪਾਇਆ ਜਾਂਦਾ ਹੈ? ਲੀਵਰ ਵਿੱਚ। ਸਾਡੇ ਸਰੀਰ ਵਿੱਚ ਸਭ ਤੋਂ ਜ਼ਿਆਦਾ ਵਿਟਾਮਿਨ ਏ ਲੀਵਰ ਵਿੱਚ ਪਾਇਆ ਜਾਂਦਾ ਹੈ। ਮਨੁੱਖੀ ਸਰੀਰ ਦਾ ਤਾਪਮਾਨ ਕਿੰਨਾ ਹੁੰਦਾ ਹੈ? ਮਨੁੱਖੀ ਸਰੀਰ ਦਾ ਤਾਪਮਾਨ 98.6 ਡਿਗਰੀ ਫਾਰਨਹੀਟ ਸੈਲਸੀਅਸ ਵਿੱਚ 37 ਡਿਗਰੀ ਸੈਲਸੀਅਸ ਹੁੰਦਾ ਹੈ। ਟੀਬੀਆ ਨਾਮਕ ਹੱਡੀ ਕਿੱਥੇ ਪਾਈ ਜਾਂਦੀ ਹੈ? ਸਾਡੇ ਸਰੀਰ ਵਿੱਚ ਗੋਡੇ ਤੋਂ ਗਿੱਟੇ ਨੂੰ ਜੋੜਨ ਵਾਲੀ ਹੱਡੀ ਨੂੰ ਟੀਬੀਆ ਹੱਡੀ ਕਹਿੰਦੇ ਹਨ ਅਤੇ ਇਹ ਦੂਜੀ ਸਭ ਤੋਂ ਵੱਡੀ ਹੱਡੀ ਹੁੰਦੀ ਹੈ। ਟਿਸ਼ੂ ਦਾ ਨਿਰਮਾਣ ਕਿਸ ਤੋਂ ਹੁੰਦਾ ਹੈ? ਪ੍ਰੋਟੀਨ ਤੋਂ। ਦਿਮਾਗ ਦੇ ਸਭ ਤੋਂ ਵੱਡੇ ਭਾਗ ਨੂੰ ਕੀ ਕਹਿੰਦੇ ਹਨ? ਦਿਮਾਗ ਦੇ ਸਭ ਤੋਂ ਵੱਡੇ ਭਾਗ ਨੂੰ ਸੇਰੇਬਰਮ ਕਿਹਾ ਜਾਂਦਾ ਹੈ। ਦੰਦਾਂ ਤੇ ਹੱਡੀਆਂ ਨੂੰ ਮਜ਼ਬੂਤੀ ਲਈ ਸਭ ਤੋਂ ਜ਼ਿਆਦਾ ਕਿਸ ਦੀ ਲੋੜ ਹੁੰਦੀ ਹੈ? ਕੈਲਸ਼ੀਅਮ ਦੀ। ਲੁਕੇਮੀਆ ਬਿਮਾਰੀ ਕੀ ਹੈ? ਇਹ ਵੀ ਇੱਕ ਤਰ੍ਹਾਂ ਦਾ ਬਲੱਡ ਕੈਂਸਰ ਹੁੰਦਾ ਹੈ। ਖੂਨ ਵਿੱਚ ਖੂਨ ਦਾ ਇਕੱਠਾ ਬਣਨ ਵਿੱਚ ਕੌਣ ਮਦਦ ਕਰਦਾ ਹੈ? ਵਿਟਾਮਿਨ ਕੇ। ਇਹ ਕੁਐਸਚਨ ਪਿਛਲੇ ਐਗਜ਼ਾਮ ਵਿੱਚ ਆ ਚੁੱਕਿਆ ਹੈ। ਸਾਡੇ ਸਰੀਰ ਵਿੱਚ ਆਇਰਨ ਦੀ ਮਾਤਰਾ ਸਭ ਤੋਂ ਜ਼ਿਆਦਾ ਕਿੱਥੇ ਹੁੰਦੀ ਹੈ? ਹੀਮੋਗਲੋਬਿਨ ਵਿੱਚ। ਮਨੁੱਖੀ ਸਰੀਰ ਦੀ ਕਿਡਨੀ ਦਾ ਸਭ ਤੋਂ ਅਹਿਮ ਕੰਮ ਕੀ ਹੈ? ਖੂਨ ਨੂੰ ਸਾਫ਼ ਕਰਨਾ ਅਤੇ ਹੀਮੋਗਲੋਬਿਨ ਦਾ ਕੰਮ ਸਰੀਰ ਵਿੱਚ ਆਕਸੀਜਨ ਪਹੁੰਚਾਉਣਾ ਹੈ। ਹੰਝੂ ਗ੍ਰੰਥੀ ਨੂੰ ਕੀ ਕਿਹਾ ਜਾਂਦਾ ਹੈ? ਹੰਝੂ ਗ੍ਰੰਥੀ ਨੂੰ ਲੈਕ੍ਰਾਮਲ ਕਿਹਾ ਜਾਂਦਾ ਹੈ। ਰੰਗਾਂ ਨੂੰ ਕੰਟਰੋਲ ਕਰਨ ਵਾਲੇ ਅੱਖ ਦਾ ਭਾਗ ਕਿਹੜਾ ਹੈ? ਆਇਰਸ ਰੰਗਾਂ ਨੂੰ ਕੰਟਰੋਲ ਕਰਦਾ ਹੈ। ਨਹੁੰ ਕਿਸ ਦੇ ਬਣਦੇ ਹਨ? ਨਹੁੰ ਨੂੰ ਬਣਨ ਲਈ ਕੈਰਾਟਿਨ ਦੀ ਜ਼ਰੂਰਤ ਹੁੰਦੀ ਹੈ। ਹੱਡੀਆਂ ਦੇ ਅੰਦਰਲੇ ਭਾਗ ਨੂੰ ਕੀ ਕਹਿੰਦੇ ਹਨ? ਹੱਡੀਆਂ ਦੇ ਅੰਦਰਲੇ ਭਾਗ ਨੂੰ ਬੋਨ ਮੈਰੋ ਕਿਹਾ ਜਾਂਦਾ ਹੈ, ਜਿਸ ਨੂੰ ਕਿ ਪੰਜਾਬੀ ਵਿੱਚ ਅਸਥੀ ਮੱਜਾ ਵੀ ਕਿਹਾ ਜਾਂਦਾ ਹੈ। ਮਨੁੱਖੀ ਸਰੀਰ ਵਿੱਚ ਫੇਫੜਿਆਂ ਦੀ ਗਿਣਤੀ ਕਿੰਨੀ ਹੈ? ਮਨੁੱਖੀ ਸਰੀਰ ਵਿੱਚ 2 ਫੇਫੜੇ ਹੁੰਦੇ ਹਨ। ਨੱਕ ਦੇ ਛੇਦਾਂ ਨੂੰ ਕੀ ਕਿਹਾ ਜਾਂਦਾ ਹੈ? ਨੱਕ ਦੇ ਛੇਦਾਂ ਨੂੰ ਨੋਸਟ੍ਰਿਲਸ ਕਿਹਾ ਜਾਂਦਾ ਹੈ। ਖੂਨ ਦੇ ਵਹਾਅ ਨੂੰ ਸਰਕੂਲੇਸ਼ਨ ਕਿਹਾ ਜਾਂਦਾ ਹੈ। ਕੁਐਸਚਨ ਨੰਬਰ 60,
ਛਾਤੀ ਦੀਆਂ ਹੱਡੀਆਂ ਨੂੰ ਕੀ ਕਿਹਾ ਜਾਂਦਾ ਹੈ? ਛਾਤੀ ਦੀਆਂ ਹੱਡੀਆਂ ਨੂੰ ਰਿਬਸ, ਪੰਜਾਬੀ ਵਿੱਚ ਪਸਲੀਆਂ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਗਿਣਤੀ 24 ਹੁੰਦੀ ਹੈ। ਭੋਜਨ ਨਲੀ ਨੂੰ ਐਸੋਫੈਗਸ ਕਿਹਾ ਜਾਂਦਾ ਹੈ। ਚਮੜੀ ਦੀ ਉੱਪਰਲੀ ਸਤ੍ਹਾ ਨੂੰ ਐਪੀਡਰਮਿਸ ਕਿਹਾ ਜਾਂਦਾ ਹੈ। ਸਾਡੀ ਅੱਖ ਦੀ ਘੱਟ ਤੋਂ ਘੱਟ ਨੇੜੇ ਦੀ ਦ੍ਰਿਸ਼ਟੀ ਕਿੰਨੀ ਹੈ? ਸਾਡੀ ਅੱਖ ਦੀ ਘੱਟ ਤੋਂ ਘੱਟ ਨੇੜੇ ਦੀ ਦ੍ਰਿਸ਼ਟੀ 25 ਸੈਂਟੀਮੀਟਰ ਹੈ। ਡੀਐਨਏ ਦੀ ਫੁੱਲ ਫਾਰਮ ਕੀ ਹੈ? ਡੀਐਨਏ ਦੀ ਫੁੱਲ ਫਾਰਮ ਡੀਆਕਸਰੀਬੋਜ਼ ਨਿਊਕਲਿਕ ਐਸਿਡ ਹੈ ਅਤੇ ਆਰਐਨਏ ਦੀ ਰਿਬੋਜ਼ ਨਿਊਕਲਿਕ ਐਸਿਡ ਹੈ। ਮਨੁੱਖੀ ਸਰੀਰ ਵਿੱਚ ਸਭ ਤੋਂ ਲੰਬੀ ਮਾਸਪੇਸ਼ੀ ਕਿਹੜੀ ਹੈ? ਮਨੁੱਖੀ ਸਰੀਰ ਵਿੱਚ ਸਭ ਤੋਂ ਲੰਬੀ ਮਾਸਪੇਸ਼ੀ ਸਾਰਟੋਰੀਅਸ ਹੈ। ਮਨੁੱਖੀ ਸਰੀਰ ਵਿੱਚ ਵੱਡੀ ਆਂਤ ਦੀ ਲੰਬਾਈ 1.5 ਮੀਟਰ ਅਤੇ ਛੋਟੀ ਆਂਤ ਦੀ ਲੰਬਾਈ 6.25 ਮੀਟਰ ਹੁੰਦੀ ਹੈ। ਸਾਡੇ ਸਰੀਰ ਵਿੱਚ ਲੀਵਰ ਦਾ ਭਾਰ ਕਿੰਨਾ ਹੁੰਦਾ ਹੈ? ਸਾਡੇ ਸਰੀਰ ਵਿੱਚ ਲੀਵਰ ਦਾ ਭਾਰ ਪੁਰਸ਼ਾਂ ਵਿੱਚ 1.4 ਤੋਂ 1.8 ਕਿਲੋਗ੍ਰਾਮ ਅਤੇ ਔਰਤਾਂ ਵਿੱਚ 1.2 ਤੋਂ 1.4 ਕਿਲੋਗ੍ਰਾਮ ਹੁੰਦਾ ਹੈ। ਸਭ ਤੋਂ ਵੱਡੀ ਸਿਰਾ ਦਾ ਕੀ ਨਾਮ ਹੈ? ਦੱਸ ਦੇਵਾਂ ਕਿ ਸਿਰਾਵਾਂ ਸਾਡੇ ਸਰੀਰ ਵਿੱਚੋਂ ਗੰਦਾ ਖੂਨ ਦਿਲ ਤੱਕ ਪਹੁੰਚਾਉਂਦੀਆਂ। ਧਮਨੀਆਂ ਦਿਲ ਤੋਂ ਸਾਫ਼ ਖੂਨ ਪੂਰੇ ਸਰੀਰ ਤੱਕ ਪਹੁੰਚਾਉਂਦੀਆਂ। ਇਹਨਾਂ ਵਿੱਚੋਂ ਸਭ ਤੋਂ ਵੱਡੀ ਸਿਰਾ ਹੈ ਜਿਹੜੀ, ਉਸ ਦਾ ਨਾਮ ਹੈ ਇਨਫੀਰੀਅਰ ਵੇਨਾ ਕੇਵਾ ਅਤੇ ਸਭ ਤੋਂ ਵੱਡੀ ਧਮਨੀ ਦਾ ਨਾਮ ਐਬਡੋਮੀਨਲ ਏਰੋਟਾ ਹੈ। ਗੁਰਦੇ ਦਾ ਔਸਤਨ ਭਾਰ ਕਿੰਨਾ ਹੁੰਦਾ ਹੈ? ਗੁਰਦੇ ਦਾ ਔਸਤਨ ਭਾਰ 150 ਗ੍ਰਾਮ ਹੁੰਦਾ ਹੈ। ਸਭ ਤੋਂ ਵੱਧ ਪੁਨਰੁਤਪਾਦਨ ਦੀ ਸ਼ਕਤੀ ਲੀਵਰ ਵਿੱਚ ਹੁੰਦੀ ਹੈ ਅਤੇ ਸਭ ਤੋਂ ਘੱਟ ਦਿਮਾਗ ਵਿੱਚ ਹੁੰਦੀ ਹੈ। ਦਿਮਾਗ ਦਾ ਭਾਰ 1220 ਤੋਂ 4000 ਦੇ ਲਗਭਗ ਹੁੰਦਾ ਹੈ। ਸਭ ਤੋਂ ਪਤਲੀ ਤੇ ਛੋਟੀ ਤੰਤਰਿਕਾ ਨੂੰ ਸੀਏਟਿਕ ਕਿਹਾ ਜਾਂਦਾ ਹੈ। ਸਭ ਤੋਂ ਵੱਡੀ ਲਾਰ ਗ੍ਰੰਥੀ ਪੈਰੋਟਿਡ ਗ੍ਰੰਥੀ ਹੁੰਦੀ ਹੈ। ਮਨੁੱਖੀ ਸਰੀਰ ਵਿੱਚ ਨਬਜ਼ ਦੀ ਦਰ ਪ੍ਰਤੀ ਮਿੰਟ ਅਲੱਗ-ਅਲੱਗ ਸਮੇਂ, ਅਲੱਗ-ਅਲੱਗ ਉਮਰ 'ਤੇ ਅਲੱਗ-ਅਲੱਗ ਪਾਈ ਜਾਂਦੀ ਹੈ। ਜਿਵੇਂ ਕਿ ਜਨਮ ਸਮੇਂ 140 ਵਾਰ ਪ੍ਰਤੀ ਮਿੰਟ, 1 ਸਾਲ ਦੀ ਉਮਰ ਵਿੱਚ 120 ਵਾਰ ਪ੍ਰਤੀ ਮਿੰਟ, 10 ਸਾਲ ਦੀ ਉਮਰ ਤੱਕ 90 ਵਾਰ ਪ੍ਰਤੀ ਮਿੰਟ ਅਤੇ ਬਾਲਗ ਹੋਣ 'ਤੇ 70 ਵਾਰ ਲਗਭਗ ਪ੍ਰਤੀ ਮਿੰਟ। ਹਿਊਮਨ ਬਾਡੀ ਦਾ ਟੌਪਿਕ ਇੱਥੇ ਹੀ ਖਤਮ ਕਰਦੇ ਹਾਂ। ਅੱਜ ਦੀ ਇਸ ਵੀਡੀਓ ਵਿੱਚ ਤੁਸੀਂ ਹਿਊਮਨ ਬਾਡੀ ਰਿਲੇਟਡ ਕੁਐਸਚਨਾਂ ਨੂੰ ਪੜ੍ਹਿਆ। ਇਹਨਾਂ ਵਿੱਚੋਂ 2 ਜਾਂ 3 ਕੁਐਸਚਨ ਤੁਹਾਡੇ ਐਗਜ਼ਾਮ ਵਿੱਚ ਪੱਕੇ ਆਉਣਗੇ। ਇਹਨਾਂ ਨੂੰ ਚੰਗੀ ਤਰ੍ਹਾਂ ਰੱਟ ਲਵੋ। ਜੇ ਇਹ ਕੁਐਸਚਨ ਨਹੀਂ ਸਮਝ ਲੱਗੇ ਤਾਂ ਵੀਡੀਓ ਵਾਰ-ਵਾਰ ਦੇਖੋ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਰੱਟ ਲਵੋ। ਹੁਣ ਮੈਂ ਇਸ ਚੈਨਲ ਉੱਤੇ ਤੁਹਾਡੇ ਵਾਰਡ ਅਟੈਂਡਰ ਦੇ ਪੇਪਰ ਸੰਬੰਧੀ ਲਗਾਤਾਰ ਵੀਡੀਓਜ਼ ਅਪਲੋਡ ਕਰਦਾ ਰਹਾਂਗਾ ਅਤੇ ਤੁਹਾਡਾ ਸਿਲੇਬਸ ਤੁਹਾਡੇ ਪੇਪਰ ਹੋਣ ਤੋਂ ਪਹਿਲਾਂ ਕਵਰ ਕਰਵਾ ਦੇਵਾਂਗਾ। ਇਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਕਿ ਤੁਸੀਂ ਆਉਣ ਵਾਲੀ ਕਿਸੇ ਵੀ ਵੀਡੀਓ ਤੋਂ ਵਾਂਝੇ ਨਾ ਰਹਿ ਜਾਇਓ। ਇਸ ਸੰਬੰਧੀ ਤੁਹਾਡੇ ਨੇੜੇ-ਤੇੜੇ ਜੋ ਕੋਈ ਹੋਰ ਵੀ ਇਸ ਪੇਪਰ ਦੀ ਤਿਆਰੀ ਕਰ ਰਿਹਾ ਹੈ ਉਸ ਤੱਕ ਇਸ ਵੀਡੀਓ ਨੂੰ ਸ਼ੇਅਰ ਕਰਿਓ। ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ। ਆਪਣੇ ਡਾਊਟ ਕਮੈਂਟ ਸੈਕਸ਼ਨ 'ਚ ਤੁਸੀਂ ਪੁੱਛ ਸਕਦੇ ਹੋ। ਚਲੋ ਮਿਲਦੇ ਹਾਂ ਇਸ ਵੀਡੀਓ ਦੇ ਪਾਰਟ 2 ਨਾਲ। ਤਦ ਤੱਕ ਲਈ ਧੰਨਵਾਦ।